सत श्री अकाल सारिਆਂ ਨੂੰ ਫਤਿਹ.com ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਨਵਨੀਤ। ਸੋ ਅੱਜ ਅਸੀਂ ਸਟੈਟਿਸਟਿਕਸ ਦਾ ਲਾਸਟ ਟੌਪਿਕ ਕਵਰ ਕਰਾਂਗੇ, ਦੈਟ ਇਜ਼ ਰਿਗਰੈਸ਼ਨ ਐਨਾਲਿਸਿਸ ਪੀਸੀਐਸ ਮੇਨਸ ਲਈ। ਸੋ ਰਿਗਰੈਸ਼ਨ ਐਨਾਲਿਸਿਸ ਦੇ ਵਿੱਚ ਪੀਸੀਐਸ ਮੇਨਸ 2015 ਦੇ ਵਿੱਚ ਕੁਐਸਚਨ ਵੀ ਆਇਆ ਹੈ। ਸੋ ਉਹ ਵੀ ਕੁਐਸਚਨ ਮੈਂ ਅੱਜ ਦੀ ਵੀਡੀਓ ਦੇ ਵਿੱਚ ਇਨਕਲੂਡ ਕੀਤਾ ਹੈ। ਸੋ ਟੋਟਲ ਆਪਾਂ 3 ਕੁਐਸਚਨ ਸੋਲਵ ਕਰਾਂਗੇ। ਪਹਿਲਾ ਕੁਐਸਚਨ ਜਿਹੜਾ ਬਿਲਕੁਲ ਹੀ ਬੇਸਿਕ ਜਿਹਾ ਹੋਊਗਾ, ਬਹੁਤ ਹੀ ਈਜ਼ੀ ਕੁਐਸਚਨ ਹੋਊਗਾ ਜਿੰਨਾ ਤੁਸੀਂ ਕੰਫਰਟੇਬਲ ਹੋ ਜਾਓ ਇਸ ਟੌਪਿਕ ਦੇ ਵਿੱਚ। ਉਸ ਤੋਂ ਬਾਅਦ ਥੋੜਾ ਜਿਹਾ ਪੇਪਰ ਦੇ ਲੈਵਲ ਦਾ ਵੀ ਤੇ ਪੇਪਰ ਦੇ ਲੈਵਲ ਤੋਂ ਥੋੜਾ ਜਿਹਾ ਤਾਂ ਦਾ ਵੀ ਕੁਐਸਚਨ ਜਿਹੜਾ ਆ ਉਹ ਮੈਂ ਇਹਦੇ ਚ ਇਨਕਲੂਡ ਕੀਤਾ ਹੈ। ਠੀਕ ਹੈ, ਤੇ ਐਟ ਦੀ ਐਂਡ ਤੁਸੀਂ ਜਿਹੜਾ ਪੇਪਰ ਚ ਐਕਚੁਅਲ ਕੁਐਸਚਨ ਆਇਆ ਹੋਇਆ ਆ ਉਹ ਸੋਲਵ ਕਰੋਗੇ। ਸੋ ਰਿਗਰੈਸ਼ਨ ਦੇਖੋ, ਇਹ ਕੋਰਿਲੇਸ਼ਨ ਨਾਲ ਬਿਲਕੁਲ ਰਿਲੇਟਡ ਟੌਪਿਕ ਹੈ। ਜੇ ਤੁਸੀਂ ਕੋਰਿਲੇਸ਼ਨ ਨਹੀਂ ਕੀਤਾ ਆ ਤਾਂ ਤੁਹਾਨੂੰ ਰਿਗਰੈਸ਼ਨ ਦਾ ਸਮਝ ਬਿਲਕੁਲ ਨਹੀਂ ਆਉਣਾ। ਠੀਕ ਹੈ, ਸੋ ਪਹਿਲਾਂ ਦੇ ਜਿਹੜੇ ਬੱਚਿਆਂ ਨੇ ਕੋਰਿਲੇਸ਼ਨ ਚੈਪਟਰ ਨਹੀਂ ਕੀਤਾ ਆ ਤਾਂ ਪਿਛਲੀ ਵੀਡੀਓ ਦੇਖੋ, ਕੋਰਿਲੇਸ਼ਨ ਪਹਿਲਾਂ ਕੰਪਲੀਟ ਕਰੋ, ਅਦਰਵਾਈਜ਼ ਕੋਈ ਫਾਇਦਾ ਨਹੀਂ ਹੈ। ਠੀਕ ਹੈ, ਸੋ ਕੋਰਿਲੇਸ਼ਨ ਚ ਅਸੀਂ ਕੀ ਪੜਿਆ ਸੀਗਾ ਵੀ ਇੱਕ ਚੀਜ਼ ਜਿਹੜੀ ਆ ਅਗਰ ਉਹਦੇ ਚ ਕੁਝ ਚੇਂਜ ਆਉਂਦੀ ਹੈ ਤੇ ਉਹਦਾ ਕਿਸੇ ਚੀਜ਼ ਦੇ ਉੱਤੇ ਹੋਰ ਕੀ ਇੰਪੈਕਟ ਪੈਂਦਾ, ਯਾਨੀ ਕਿ ਦੂਸਰੀ ਉਸ ਚੀਜ਼ ਦੇ ਉੱਤੇ ਜਿਹੜੀ ਉਹਦੇ ਤੇ ਨਿਰਭਰ ਹੈ ਜਾਂ ਉਹਦੇ ਨਾਲ ਰਿਲੇਟਡ ਹੈ ਉੱਤੇ ਕੀ ਇਨਫਲੂਐਂਸ ਹੁੰਦਾ ਹੈ। ਠੀਕ ਹੈ, ਹੁਣ ਇਹਦੇ ਚ ਵੀ ਲਗਭਗ ਰਿਗਰੈਸ਼ਨ ਚ ਵੀ ਇਹੀ ਚੀਜ਼ ਹੈ। ਰਿਗਰੈਸ਼ਨ ਦੇ ਵਿੱਚ ਵੀ ਵੇਰੀਏਬਲਸ ਜਦੋਂ ਆਪਾਂ ਸਟੱਡੀ ਕਰਦੇ ਹਾਂ ਇਹਦੇ ਵਿੱਚ ਵੀ ਦੋ ਚੀਜ਼ਾਂ ਆਪਾਂ ਨੇ ਦੇਖਣੀਆਂ ਹੁੰਦੀਆਂ। ਇੱਕ ਜਿਹੜਾ ਵੇਰੀਏਬਲ ਇਨਫਲੂਐਂਸ ਕਰਦਾ ਕਿਸੇ ਚੀਜ਼ ਨੂੰ, ਠੀਕ ਹੈ, ਤੇ ਦੂਸਰਾ ਜਿਹੜਾ ਕਿ ਇਨਫਲੂਐਂਸ ਹੁੰਦਾ। ਜਿਸ ਤਰ੍ਹਾਂ ਮੰਨ ਲਓ ਅਗਰ ਆਪਾਂ ਗੱਲ ਕਰੀਏ ਮੋਬਾਈਲ ਫੋਨਸ ਦੇ ਪ੍ਰਾਈਸ ਦੀ, ਠੀਕ ਹੈ, ਮੋਬਾਈਲ ਫੋਨਸ ਦੇ ਪ੍ਰਾਈਸ ਦੀ। ਹੁਣ ਇਹ ਪ੍ਰਾਈਸ ਜਿਹੜਾ ਆ ਹਾਈ ਹੋ ਗਿਆ, ਪ੍ਰਾਈਸ ਜ਼ਿਆਦਾ ਹੋ ਗਿਆ, ਮੀਨਸ ਇਨਫਲੂਐਂਸ ਹੋਇਆ ਇਸ ਚੀਜ਼। ਪਰ ਇਨਫਲੂਐਂਸ ਕਿਹਨੂੰ ਕੀਤਾ ਇਹਨੇ? ਮੋਬਾਈਲ ਫੋਨਸ ਦੀ ਸੇਲਸ ਨੂੰ। ਠੀਕ ਹੈ, ਤਾਂ ਸੇਲਸ ਕੀ ਹੈ? ਇਨਫਲੂਐਂਸ ਹੋਈਆਂ ਉਸ ਵਜ੍ਹਾ ਦੇ ਨਾਲ, ਰਾਈਟ। ਤਾਂ ਇਹਦੇ ਵਿੱਚ ਆਪਾਂ ਉਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਸਟੱਡੀ ਕਰਨੀਆਂ ਨੇ, ਪਰ ਹੈ ਤਾਂ ਉਹੀ ਸੇਮ ਹੀ ਹੈ ਕੋਰਿਲੇਸ਼ਨ। ਪਰ ਜਦੋਂ ਇਹਨੂੰ ਆਪਾਂ ਇੱਕ ਇਕੁਏਸ਼ਨ ਫਾਰਮ ਦੇ ਦਿੰਦੇ ਆ ਤਾਂ ਉਸ ਚੀਜ਼ ਨੂੰ ਆਪਾਂ ਕੀ ਆ? ਰਿਗਰੈਸ਼ਨ ਕਹਿ ਦਿੰਦੇ ਆ। ਠੀਕ ਹੈ, ਸੋ ਇਕੁਏਸ਼ਨ ਫਾਰਮ ਦੇ ਵਿੱਚ ਇੱਕ ਤਰ੍ਹਾਂ ਕੋਰਿਲੇਸ਼ਨ ਨੂੰ ਲਿਆਣਾ ਹੀ ਰਿਗਰੈਸ਼ਨ ਹੈ। ਹੁਣ ਰਿਗਰੈਸ਼ਨ ਦੇ ਵਿੱਚ ਜਿਹੜੇ ਤੁਹਾਨੂੰ ਕੁਐਸਚਨ ਆਣੇ ਆ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਪੁੱਛਣਗੇ ਸਭ ਤੋਂ ਪਹਿਲਾਂ ਵੀ ਤੁਸੀਂ रिग्रेशन कोफिशिएंट्स फाइंड करो। ठीक है, रिग्रेशन कोफिशिएंट्स फाइंड करो। हर एक क्वेश्चन दे दो रिग्रेशन कोफिशिएंट बनते हैं। हो सकता है तुहानू इक्को ही फाइंड करने लई कहन कि x का y ਦੇ ਉੱਤੇ ਜਿਹੜਾ ਇੰਪੈਕਟ ਹੈ ਉਹਨੂੰ ਫਾਈਂਡ ਕਰੋ ਜਾਂ y ਦਾ x ਦੇ ਉੱਤੇ ਜੋ ਰਿਗਰੈਸ਼ਨ ਕੋਫੀਸ਼ੀਐਂਟ ਹੈ ਉਹਨੂੰ ਫਾਈਂਡ ਕਰੋ। ਬਟ ਹਰ ਇੱਕ ਵਾਰੀ ਜਦੋਂ ਵੀ ਤੁਹਾਨੂੰ ਕੁਐਸਚਨ ਆਏਗਾ ਦੋ ਰਿਗਰੈਸ਼ਨ ਕੋਫੀਸ਼ੀਐਂਟ ਬਣਨਗੇ, ਲੇਕਿਨ ਜ਼ਰੂਰੀ ਨਹੀਂ ਕਿ ਤੁਹਾਨੂੰ ਦੋਵੇਂ ਹੀ ਸੋਲਵ ਕਰਨ ਲਈ ਕਹਿਣ, ਇੱਕ ਵੀ ਕਹਿ ਸਕਦੇ ਆ। ਠੀਕ ਹੈ, ਤਾਂ ਬਹੁਤ ਧਿਆਨ ਨਾਲ ਤੁਸੀਂ ਫਾਰਮੂਲਾ ਲਗਾਉਣਾ। ਸੋ ਇਹਦੇ ਵਾਸਤੇ ਆਪਾਂ ਨੂੰ ਫਾਰਮੂਲਾ ਜਿਹੜਾ ਹੁੰਦਾ ਆ ਰਿਗਰੈਸ਼ਨ ਕੋਫੀਸ਼ੀਐਂਟ ਫਾਈਂਡ ਕਰਨ ਲਈ, ਉਹ ਮੈਂ ਨਾਲ ਨਾਲ ਜਿੱਦਾਂ ਤੁਹਾਨੂੰ ਕੁਐਸਚਨ ਸਮਝਾਵਾਂਗੀ ਨਾਲ ਨਾਲ ਦੱਸਾਂਗੀ। ਪਲੱਸ ਇਹਦੇ ਵਿੱਚ ਇੱਕ ਤਾਂ ਇਹ ਚੀਜ਼ ਆਉਂਦੀ ਹੈ ਵੀ ਰਿਗਰੈਸ਼ਨ ਕੋਫੀਸ਼ੀਐਂਟਸ ਹੁੰਦੇ ਆ ਫਾਈਂਡ ਕਰਨ ਲਈ ਕਹਿੰਦਾ। दूसरा हम जे दो रिग्रेशन कोफिशिएंट्स है तो दो ही रिग्रेशन इक्वेशंस बननगियां। ठीक है, तो हो सकता कि तुहानू एक ही इक्वेशन बनाने लई कवे, ठीक है, प्रोबेबिलिटी हैगी है, बट दो ही कोफिशिएंट्स हुंदे ने। जदों तुहानू वेरिएबल्स दो दिते गए तो दो ही उहदे कोफिशिएंट्स बनणगे, दो ही उहदियां इक्वेशंस बनणगियां। तीसरे नंबर ते तुहानू पएगा कोरिलेशन फाइंड करन दी। हुण जे ते तुहानू सिंपल ही लिखिया होया कि कोरिलेशन फाइंड करो ਤਾਂ ਆਪਾਂ ਜੋ ਪਿੱਛੇ ਫਾਰਮੂਲਾ ਆਪਾਂ ਯੂਜ਼ ਕੀਤਾ ਸੀਗਾ ਸਿੰਪਲ ਮੈਥਡ, ਡਾਇਰੈਕਟ ਮੈਥਡ ਦੇ ਵਿੱਚ, ਤਾਂ ਉਹ ਸੀਗਾ ਸਮੇਸ਼ਨ ਆਫ xy ਅਪਨ ਅੰਡਰ ਰੂਟ ਸਮੇਸ਼ਨ ਆਫ x ਸਕੁਅਰ ਇਨਟੂ ਸਮੇਸ਼ਨ ਆਫ y ਸਕੁਅਰ। ਇਹੀ ਸੀਗਾ ਜੇ ਤੁਹਾਨੂੰ ਯਾਦ ਆ, ਰਾਈਟ। ਪਰ ਇਹ ਤੇ ਹੋਇਆ ਜੇ ਮੈਂ ਸਿੰਪਲੀ ਕੋਰਿਲੇਸ਼ਨ ਕਿਹਾ ਤਾਂ ਤੁਸੀਂ ਇਹ ਵੀ ਫਾਰਮੂਲਾ ਯੂਜ਼ ਕਰ ਸਕਦੇ ਹੋ, ਆਲ ਦਾ ਇਕੁਏਸ਼ਨ ਜਿਹੜਾ ਰਿਗਰੈਸ਼ਨ ਦਾ ਹੀ ਹੋਏ। ਬਟ ਜੇ ਉਹਨੇ ਕਿਹਾ ਆ ਕਿ ਕੋਰਿਲੇਸ਼ਨ ਫਾਈਂਡ ਕਰੋ ਯੂਜ਼ਿੰਗ ਰਿਗਰੈਸ਼ਨ ਇਕੁਏਸ਼ਨ, यूजिंग रिग्रेशन इक्वेशन कोरिलेशन फाइंड करो, ਤਾਂ ਤੁਸੀਂ ਫਿਰ ਫਾਰਮੂਲਾ ਜਿਹੜਾ ਯੂਜ਼ ਕਰੋਗੇ that will be under root bxy into byx। ਬਿਲਕੁਲ ਦੋਵਾਂ ਨਾਲ ਸੋਲਵ ਕਰਕੇ ਦੇਖ ਲਓ, ਸੇਮ ਆਨਸਰ ਆਏਗਾ, ਕੋਈ ਫਰਕ ਨਹੀਂ ਆਏਗਾ। ਹੁਣ ਮੈਂ ਤੁਹਾਨੂੰ ਸਮਝਾਵਾਂਗੀ ਕਿ bxy byx ਕੀ ਹੈ। ਬਹੁਤ ਈਜ਼ੀ ਕੁਐਸਚਨ ਆ। ਇਨੀਸ਼ੀਅਲੀ ਤੁਹਾਨੂੰ ਲੱਗੂਗਾ ਵੀ ਨਹੀਂ ਹੋਣਾ, ਬਟ ਹੋ ਜਾਊਗਾ। ਠੀਕ ਹੈ, ਜਿੱਦਾਂ ਦਾ ਕਰੋਗੇ ਸਮਝੋਗੇ ਹੋ ਜਾਊਗਾ। सो रिग्रेशन कोफिशिएंट, रिग्रेशन इक्वेशंस, कोरिलेशन यूजिंग रिग्रेशन इक्वेशन कितना फाइंड करना है। प्लस एक चीज ਤੁਹਾਨੂੰ ਜਿਹੜੀ ਐਚ ਮੈਕਸਿਮਮ ਜਿਹੜੀ ਹੈ ਦੇ ਸਕਦੇ ਆ, ਉਹ ਦੇ ਸਕਦੇ ਵੀ ਤੁਹਾਨੂੰ ਜਿੱਦਾਂ ਵੇਰੀਏਬਲਸ ਦਿੱਤੇ ਹੋਣਗੇ x y। ਠੀਕ ਹੈ, ਮੰਨ ਲਓ 4-5 ਵੇਰੀਏਬਲ ਦਿੱਤੇ ਆ, ਠੀਕ ਹੈ, 7 8 9 11 15, ਠੀਕ ਹੈ, ਇਸ ਤਰ੍ਹਾਂ। ਤਾਂ ਤੁਹਾਨੂੰ ਇੱਕ ਵੇਰੀਏਬਲ ਦੋਵਾਂ ਚੋਂ ਦਿੱਤਾ ਹੋਏਗਾ, ਜਾਂ x ਦਿੱਤਾ ਹੋਊਗਾ, y ਨਹੀਂ ਦਿੱਤਾ ਹੋਊਗਾ, ਜਾਂ y ਦਿੱਤਾ ਹੋਊਗਾ ਤੇ x ਨਹੀਂ ਦਿੱਤਾ ਹੋਊਗਾ। ਠੀਕ ਹੈ,
ਤਾਂ ਇਹਨਾਂ ਚੋਂ ਜਿਹੜਾ ਨੈਕਸਟ ਵੇਰੀਏਬਲ ਹੋਊਗਾ ਇੱਕ ਦਿੱਤਾ ਹੋਊਗਾ ਇੱਕ ਨਹੀਂ ਦਿੱਤਾ ਹੋਊਗਾ, ਤਾਂ ਜਿਹੜਾ ਨਹੀਂ ਦਿੱਤਾ ਹੋਊਗਾ ਉਹ ਕਿਸ ਤਰ੍ਹਾਂ ਫਾਈਂਡ ਕਰਨਾ ਹੈ, ਤਾਂ ਉਹ ਆਪਾਂ ਨੇ ਇਸ ਵੀਡੀਓ ਦੇ ਵਿੱਚ ਅੱਜ ਇਸ ਲੈਕਚਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਪ੍ਰੋਬੇਬਿਲਿਟੀ ਹੈਗੀ ਹੈ ਵੀ ਕਿਹੜੇ ਕਿਹੜੇ ਕੁਐਸਚਨ ਆ ਸਕਦੇ ਰਿਗਰੈਸ਼ਨ ਚੋਂ, ਉਹ ਸਾਰੇ ਆਪਾਂ ਕਨਸੈਪਟ ਉੱਥੇ ਕਲੀਅਰ ਕਰ ਲੈਣੇ। ਠੀਕ ਹੈ, ਸੋ ਮੇਨ ਮੋਟਿਵ ਹੈਗਾ ਤੁਹਾਡੀ ਕਨਸੈਪਟ ਕਲੈਰਿਟੀ ਹੋਣੀ ਚਾਹੀਦੀ, ਫਿਰ ਕੁਐਸਚਨ ਜਿਹੜਾ ਮਰਜ਼ੀ ਆ ਜਾ ਤੁਸੀਂ ਕਰ ਸਕਦੇ ਹੋ। ਹੁਣ ਆਪਾਂ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਸਭ ਤੋਂ ਈਜ਼ੀ ਕੁਐਸਚਨ ਦੇ ਨਾਲ। ਠੀਕ ਹੈ, ਦੇਖਣ 'ਚ ਲੱਗ ਰਿਹਾ ਹੈ ਬਹੁਤ ਈਜ਼ੀ ਹੈ। ਹੁਣ ਦੇਖੋ x ਵੇਰੀਏਬਲਸ ਦੀ ਵੈਲਿਊ ਦਿੱਤੀ ਹੋਈ ਸਾਨੂੰ, y ਵੇਰੀਏਬਲਸ ਕੁਝ ਵੀ ਹੋ ਸਕਦੇ ਆ। ਠੀਕ ਹੈ, ਏਜ ਹੋ ਸਕਦੀ ਆ, ਨੰਬਰ ਆਫ ਜੋ ਵੀ ਹੈ। ਨਾਓ ਹੁਣ ਦੇਖੋ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਕੋਰਿਲੇਸ਼ਨ ਦੇ ਵਿੱਚ ਸਮੇਸ਼ਨ ਆਫ xy ਫਾਈਂਡ ਕਰਦੇ ਸੀਗੇ, ਠੀਕ ਹੈ, ਸਮੇਸ਼ਨ ਆਫ x ਸਕੁਅਰ ਫਾਈਂਡ ਕਰਦੇ ਸੀ, ਸਮੇਸ਼ਨ ਆਫ y ਸਕੁਅਰ ਫਾਈਂਡ ਕਰਦੇ ਸੀ, ਤਾਂ ਇੱਥੇ ਵੀ ਸਭ ਤੋਂ ਪਹਿਲਾਂ ਆਪਾਂ ਇਹ ਤਿੰਨੇ ਚੀਜ਼ਾਂ ਫਾਈਂਡ ਕਰਨੀਆਂ ਨੇ। ਠੀਕ ਹੈ, ਕਿਉਂ ਫਾਈਂਡ ਕਰਨੀਆਂ ਨੇ? ਬਿਕੋਜ਼ ਸਾਨੂੰ ਇਹ ਅੱਗੇ ਫਾਰਮੂਲੇ ਦੇ ਵਿੱਚ ਜਦੋਂ ਆਪਾਂ ਇਕੁਏਸ਼ਨ ਬਣਾਣੀ ਹੈ ਤਾਂ ਸਾਨੂੰ ਇਹਦੀ ਲੋੜ ਪੈਣੀ ਹੈ। ਤਾਂ x ਆਪਾਂ ਨੂੰ ਪਤਾ ਆਪਾਂ ਕਿੱਦਾਂ ਫਾਈਂਡ ਕਰਨਾ ਸੀ, x ਮਾਈਨਸ ਮੀਨ, ਤੇ y ਕਿਸ ਤਰ੍ਹਾਂ ਫਾਈਂਡ ਕਰਨਾ ਸੀ, y ਮਾਈਨਸ ਮੀਨ, है ना। एंड मीन किस तरह फाइंड करना है, समेशन ऑफ x अपॉन नंबर ऑफ वेरिएबल्स, एंड y किस तरह मीन, y का मीन किस तरह फाइंड करना है, समेशन ऑफ y अपॉन इथे बिग x आएगा, समेशन ऑफ y अपॉन नंबर ऑफ वेरिएबल्स। ठीक है, तो हुण सब तो पहला आपां की करना, साडा पहला पॉइंट की होएगा मीन फाइंड करन दा, तां ही आपां x फाइंड कर सकांगे, राइट। तां इनू प्लस करदे आ, मैं पेन दूसरा यूज कर लैनी आ। सो 5 4 9 10 11 12 13 14 15 आ कितना आ गया, 5 तो 7 8 8 16 ਤੇ 4 20 2 1 3 ਤੇ 1 4 40 ਆ ਗਿਆ। ਠੀਕ ਹੈ, ਸੋ n ਸਾਡੇ ਕੋਲ x ਦਾ ਆ ਗਿਆ 15 ਸੌਰੀ n ਨਹੀਂ ਸਮੇਸ਼ਨ ਆਫ x। ਠੀਕ ਹੈ, ਤੇ ਇਹਦਾ ਆ ਗਿਆ ਸਮੇਸ਼ਨ ਆਫ y ਸਾਡੇ ਕੋਲ ਆ ਗਿਆ 40। ਹੁਣ ਇਹ ਮੀਨ ਫਾਈਂਡ ਕਰ ਲੈਂਦੇ ਆ, ਤਾਂ ਇਹ ਆ ਗਿਆ ਸਾਡੇ ਕੋਲ 15 ਅਪੋਨ ਕਿੰਨੀਆਂ ਹੈ 1 2 3 4 5, ਇਹ ਆ ਗਿਆ 3, ਇਹਦਾ ਕਿੰਨਾ ਆ ਗਿਆ 40 ਅਪੋਨ 5 ਇਜ਼ ਇਕੁਅਲਸ ਟੂ 8। ਤਾਂ y ਮੀਨ ਆ ਗਿਆ ਸਾਡੇ ਕੋਲ 8, x मीन आ गया साडे कोल 3। ਤਾਂ ਹੁਣ ਨੈਕਸਟ ਸਾਡਾ ਸਟੈਪ ਕੀ ਹੈਗਾ ਆ, x ਦੀ ਵੈਲਿਊ ਫਾਈਂਡ ਕਰਨ ਦਾ। ਕਿੱਦਾਂ ਫਾਈਂਡ ਕਰਾਂਗੇ, x ਮਾਈਨਸ ਮੀਨ ਸੌਰੀ, ਤਾਂ ਮੀਨ ਕਿੰਨਾ ਹੈ ਸਾਡੇ ਕੋਲ 3। ਠੀਕ ਹੈ, ਤਾਂ ਇੱਥੇ ਆਪਾਂ ਐਰੋ ਪਾ ਕੇ ਸਮਾਲ ਜਿਹਾ 3 ਲਿਖ ਦੇਣਾ ਤਾਂ ਕਿ ਸਾਨੂੰ ਕੋਈ ਕਨਫਿਊਜ਼ਨ ਨਾ ਹੋਵੇ। ਦੂਜੇ ਪਾਸੇ y ਦੀ ਵੈਲਿਊ ਕੀ ਹੈ, y ਮਾਈਨਸ ਮੀਨ, ਮੀਨ ਕਿੰਨਾ ਆ 8, ਤਾਂ ਇੱਥੇ ਵੀ ਐਰੋ ਪਾ ਕੇ 8 ਲਿਖ ਦਿੰਦੇ ਆ ਤਾਂ ਕਿ ਸਾਨੂੰ ਕੋਈ ਕਨਫਿਊਜ਼ਨ ਨਾ ਹੋਵੇ। ਤਾਂ ਕਰੋ ਇਹਨੂੰ ਸੋਲਵ। ਹੁਣ 1 माइनस 3 कितना होगा, साइंस इग्नोर नहीं करने, बहुत इंपॉर्टेंट है। ठीक है, 1 माइनस 3 इज माइनस 2, 2 माइनस 3 माइनस 1, 3 माइनस 3 0, 4 माइनस 3 1, 5 माइनस 3 2। नाउ 2 माइनस 8 इज माइनस 6, 5 माइनस 8 इज माइनस 3, 11 माइनस 8 इज 3, 8 माइनस 8 इज 0, 14 माइनस 8 इज 6। नेक्स्ट ਸਾਨੂੰ ਕੀ ਚਾਹੀਦਾ ਹੈ, xy। ठीक है, so 2 6 are 12, साइन कट्टे जाएंगे, 1 3 जा 3, 0 3 जा 0, 1 0 जा 0, 6 2 जा 12। उस तो बाद सानू की चाहिए है x स्क्वायर कितना 2 2 जा 4, 1 1 जा 1 0 1 4, एंड y स्क्वायर की है साडे कोल 6 6 जा 36, 3 3 जा 9, 3 3 जा 9 0, 6 6 जा 36। सो ਆਪਾਂ ਨੇ x ਵੀ ਫਾਈਂਡ ਕਰ ਲਿਆ, ਆਪਾਂ ਨੇ x ਸਕੁਅਰ ਦੀ ਵੈਲਿਊ ਫਾਈਂਡ ਕਰ ਲਈ, ਆਪਾਂ ਨੇ y ਸਕੁਅਰ ਦੀ ਵੈਲਿਊ ਫਾਈਂਡ ਕਰ ਲਈ, ਰਾਈਟ। ਹੁਣ ਆਪਾਂ ਇਹਨੂੰ ਕਰ ਲੈਂਦੇ ਆ ਸਮ। ਸੋ 36 ਤੇ 36 ਕਿੰਨੇ ਹੋ ਗਏ 72, 72 ਦੇ 9 9 18, 72 ਤੇ 18 ਕਿੰਨੇ ਹੋ ਗਏ 90। ਠੀਕ ਹੈ, ਦੈਨ ਇਸ ਤੋਂ ਬਾਅਦ 4 1 5 6 6 4 10, 12 ਤੇ 3 15, 12 12 24 25 26 27। ठीक है, ਤਾਂ ਸਾਡੇ ਕੋਲ xy ਦੀ ਵੈਲਿਊ ਆ ਗਈ 27, x ਸਕੁਅਰ ਆ ਗਿਆ 10 ਐਂਡ y ਸਕੁਅਰ ਆ ਗਿਆ 90। ਹੁਣ ਜੇਕਰ ਤੇ ਆਪਾਂ ਨੇ ਕੋਰਿਲੇਸ਼ਨ ਹੀ ਫਾਈਂਡ ਕਰਨਾ ਹੋਏ ਸਿੰਪਲੀ, ਤਾਂ ਆਪਾਂ ਫਾਰਮੂਲਾ ਜੋ ਸਾਡੇ ਕੋਲ ਹੈਗਾ ਆ ਸਮੇਸ਼ਨ ਆਫ xy ਅਪੋਨ x ਸਕੁਅਰ ਇਨਟੂ y ਸਕੁਅਰ ਕਰਾਂਗੇ ਅੰਡਰ ਰੂਟ, ਤਾਂ ਆ ਜਾਊਗਾ। ਠੀਕ ਹੈ, ਕਰਕੇ ਦੇਖੋ ਕੀ ਹੈ ਸਮੇਸ਼ਨ ਆਫ xy 27 ਅਪੋਨ x ਸਕੁਅਰ ਕਿੰਨਾ ਆ ਜਾਊਗਾ 100, ਰਾਈਟ, ਤੇ y सॉरी 100 ही 10 आ जाएगा, एंड y स्क्वायर कितना है 90 अंडर रूट, तो 900 ये हो गया 27/30। ठीक है, 27/30 मतलब कि 0.9 आ गया साडा कोएफिशिएंट कोरिलेशन। ਹੁਣ ਆਪਾਂ ਨੇ ਜੋ ਆਪਾਂ ਫਾਰਮੂਲਾ ਯੂਜ਼ ਕੀਤਾ ਰਿਗਰੈਸ਼ਨ ਦੇ ਵਿੱਚ ਯੂਜ਼ ਕਰਨਾ ਹੈ, ਉਸੇ ਨਾਲ ਦੇਖਾਂਗੇ ਪਹਿਲਾਂ 0.9 ਆਉਂਦਾ
ठीक है, जे आंदा दैट मीनस कि अपना आंसर सही है। ਹੁਣ ਨੈਕਸਟ ਸਟੈਪ ਇਹਦੇ ਵਿੱਚ ਜੋ ਤੁਹਾਨੂੰ ਫਾਈਂਡ ਕਰਨ ਲਈ ਕਹੂਗਾ ਰਿਗਰੈਸ਼ਨ ਕੋਫੀਸ਼ੀਐਂਟ। ਸੋ ਹੁਣ ਉਹ ਦੇਖੋ ਕਿਸ ਤਰ੍ਹਾਂ ਫਾਈਂਡ ਕਰਨਾ, ਮੈਨੂੰ ਰੱਬ ਨਹੀਂ ਕਰ ਰਹੀ, ਪਰ ਨੈਕਸਟ ਸਕਰੀਨ ਯੂਜ਼ ਕਰ ਰਹੀ ਹਾਂ, ਠੀਕ ਹੈ। ਸੋ ਇਹਦੇ ਵਿੱਚ ਦੋ ਇਕੁਏਸ਼ਨਸ ਬਣੀਆਂ, ਪਹਿਲੀ ਰਿਗਰੈਸ਼ਨ ਕੋਫੀਸ਼ੀਐਂਟ ਆਫ x ਔਨ y ਤੇ ਦੂਜੀ ਜਿਹੜੀ ਮੈਂ ਦੂਜੇ ਪੈਨ ਨਾਲ ਕਰ ਲੈਣੀ ਆ ਰਿਗਰੈਸ਼ਨ ਕੋਫੀਸ਼ੀਐਂਟ ਦੂਸਰੀ, ਠੀਕ ਹੈ, ਰਿਗਰੈਸ਼ਨ ਕੋਫੀਸ਼ੀਐਂਟ ਆਫ y ਔਨ x, ਰਾਈਟ। ਹੁਣ ਜਦੋਂ ਰਿਗਰੈਸ਼ਨ ਕੋਫੀਸ਼ੀਐਂਟ ਆਫ x ਔਨ y ਫਾਈਂਡ ਕਰਨਾ ਹੈ, ਠੀਕ ਹੈ, ਤੇ ਇੱਥੋਂ ਬਹੁਤ ਧਿਆਨ ਨਾਲ ਤੁਸੀਂ ਲਿਖਣਾ ਹੈ x ਮਾਈਨਸ ਮੀਨ ਇਜ਼ ਇਕੁਅਲਸ ਟੂ bx, ਕਿਉਂਕਿ x ਔਨ y ਫਾਈਂਡ ਕਰਨਾ ਹੈ xy y ਮਾਈਨਸ y। ਹੁਣ ਮੈਂ ਤੁਹਾਨੂੰ ਇਹਨੂੰ ਰੱਟਾ ਮਾਰਨ ਦਾ ਵੀ ਤਰੀਕਾ ਦੱਸਦੀ ਹਾਂ। ਦੇਖੋ x ਔਨ y ਫਾਈਂਡ ਕਰਨਾ, x ਇਹਨੂੰ ਔਨ ਕੰਸੀਡਰ ਕਰ ਲਓ, ਆ ਹੋ ਗਿਆ ਤੁਹਾਡਾ y। इसी तरह ही अगर मैं इधर लिखा y on x y minus mean is equals to b y x minus, ठीक है। तो इस तरह तुसी इनू रट्टा मारना, जिस तरह x on y है तो इत्थे x आएगा, इत्थे y, ते सिमिलरली इत्थे भी x y on x है तो y इत्थे आऊगा, x इत्थे, ते सिमिलरली इत्थे भी की है y x आऊगा। हुण जदों आपां b x y दी गल करनी है, ठीक है, उधर मैं गल कर रही हूं bxy, यानी कि ਇਹਦਾ ਕੀ ਮਤਲਬ ਹੁੰਦਾ ਹੈ, ਇਹਨੂੰ ਆਪਾਂ bxy ਨੂੰ ਕੀ ਕਹਿੰਦੇ ਆ, ਰਿਗਰੈਸ਼ਨ ਕੋਫੀਸ਼ੀਐਂਟ ਆਫ x ਔਨ y। bxy ਦੀ ਅਗਰ ਆਪਾਂ ਫੁੱਲ ਫਾਰਮ ਬੋਲਣੀ ਹੋਏ ਤਾਂ ਇਹਨੂੰ ਬੋਲਾਂਗੇ ਰਿਗਰੈਸ਼ਨ ਕੋਫੀਸ਼ੀਐਂਟ ਆਫ x ਔਨ y, ਤੇ byx ਨਹੀਂ ਬੋਲਣੀ ਹੋਏ ਤੇ ਬੋਲਾਂਗੇ ਰਿਗਰੈਸ਼ਨ ਕੋਫੀਸ਼ੀਐਂਟ ਆਫ y ਔਨ x, ਠੀਕ ਹੈ। ਤਾਂ ਇਹਦਾ ਫਾਰਮੂਲਾ ਹੁੰਦਾ r multiply by standard deviation of x upon standard deviation of y, क्योंकि x on y है, ਇਹਦਾ ਹੁੰਦਾ r multiply by standard deviation of y on standard deviation of x, ठीक है। ਤੇ r ਜਿਹੜਾ ਆ that is correlation coefficient, that is correlation coefficient। लेकिन ਜਦੋਂ ਤੁਸੀਂ ਇਹਨੂੰ ਖੋਲ ਕੇ ਕਰੋਗੇ ਦੂਜੇ ਤਰੀਕੇ ਨਾਲ ਸਟੈਂਡਰਡ ਡਿਵੀਏਸ਼ਨ ਦਾ ਪੂਰਾ ਫਾਰਮੂਲਾ ਯੂਜ਼ ਕਰਕੇ ਤਾਂ ਉਹ ਬਹੁਤ ਹੌਚ-ਪੌਚ ਹੋ ਜਾਊਗਾ, ਠੀਕ ਹੈ। ਤਾਂ ਆਪਾਂ ਨੇ ਇੱਕ ਸ਼ਾਰਟ ਫਾਰਮ ਇਹਦੀ ਜਿਹੜੀ ਯੂਜ਼ ਕਰਨੀ ਹੈ, ਤੁਸੀਂ ਸਟੈਪ ਦੇ ਵਿੱਚ ਲਿਖ ਸਕਦੇ ਹੋ, ਇੱਕ ਸਟੈਪ ਤੁਸੀਂ ਐਡ ਕਰ ਸਕਦੇ ਹੋ ਵੀ x ਮਾਈਨਸ x ਜੋ ਮੀਨ ਹੈ ਇਜ਼ ਇਕੁਅਲਸ ਟੂ r ਡਾਟ ਸਿਗਮਾ x ਅਪਨ ਸਿਗਮਾ y ਮਾਈਨਸ ਦਿਸ, ਠੀਕ ਹੈ। ਫਿਰ ਫਰਦਰ ਇਹਨੂੰ ਕਿਸ ਤਰ੍ਹਾਂ ਲਿਖਣਾ ਹੈ, x ਮਾਈਨਸ अगले क्वेश्चंस ਦੇ ਵਿੱਚ ਮੈਂ ਸਿੱਧਾ ਹੀ ਲਿਖਾਂਗੀ, ਠੀਕ ਹੈ। ਇਸ ਪੂਰੇ ਚੀਜ਼ ਨੂੰ ਤੁਸੀਂ ਕਿੱਦਾਂ ਲਿਖਣਾ ਹੈ, ਸਮੇਸ਼ਨ ਆਫ xy ਅਪਨ, ਹੁਣ x ਔਨ y ਫਾਈਂਡ ਕਰਨਾ ਤੇ ਇੱਥੇ ਆ ਜਾਏਗਾ ਤੁਹਾਡਾ y ਸਕੁਅਰ, ਠੀਕ ਹੈ। ਬਾਕੀ ਉਹੀ ਉਦਾਂ ਰਹਿਣਾ। ਇਸੇ ਤਰ੍ਹਾਂ ਇਹਦੇ ਵਿੱਚ ਆ ਜਾਓ y ਮਾਈਨਸ y ਇਜ਼ ਇਕੁਅਲਸ ਟੂ ਮਤਲਬ ਮੀਨ। ਸੋ ਇੱਥੇ ਮੈਂ ਸਿੰਪਲੀ ਸਿੱਧਾ ਹੀ ਲਿਖ ਰਹੀ ਹਾਂ, ਠੀਕ ਹੈ। ਤੁਸੀਂ ਆ ਲਿਖਣਾ ਤਾਂ ਲਿਖ ਲਿਓ ਨਾਲ y on x, ਠੀਕ ਹੈ। y on x ਫਾਈਂਡ ਕਰਨਾ ਤਾਂ ਲਿਖ ਸਕਦੇ ਹੋ। ਨੈਕਸਟ ਸਟੈਪ ਦੇ ਵਿੱਚ ਇਹਦੀ ਜਗ੍ਹਾ ਆ ਜਾਊਗਾ ਸਮੇਸ਼ਨ ਆਫ xy ਅਪਨ, ਇੱਥੇ ਸਮੇਸ਼ਨ ਆਣਾ, ਠੀਕ ਹੈ, ਅਪਨ, ਕਿਉਂਕਿ x ਤੇ ਫਾਈਂਡ ਕਰਨਾ, ਇੱਥੇ ਆ ਜਾਏਗਾ ਸਮੇਸ਼ਨ x ਸਕੁਅਰ। ਬਾਕੀ ਇਹ ਇਦਾਂ ਹੀ ਰਹੂਗਾ, ਰਾਈਟ। ਇਧਰੋਂ ਮੈਂ ਹੁਣ ਰੱਬ ਕਰ ਦਿੰਨੀ, ਆਈ ਹੋਪ ਕਿ ਤੁਸੀਂ ਲਿਖ ਲਿਆ ਆ, ਠੀਕ ਹੈ ਜੀ। ਨੋ ਹੁਣ ਦੇਖੋ x ਸਾਨੂੰ ਨਹੀਂ ਦਿੱਤਾ ਹੋਇਆ, x ਸਾਨੂੰ ਨਹੀਂ ਦਿੱਤਾ, ਮੀਨ ਕਿੰਨਾ ਆਇਆ ਸੀ ਸਾਡਾ, ਪਿੱਛੇ ਦੇਖ ਕੇ ਮਾੜਾ ਜਿਹਾ, ਇਹਦਾ ਮੀਨ ਆਇਆ 3, ਇਹਦਾ 8, ਠੀਕ ਹੈ। ਤਾਂ ਇਹ ਆ ਗਿਆ ਸਾਡਾ 3 is equals to summation xy ਕਿੰਨਾ ਆਇਆ ਸਾਡੇ ਕੋਲ, summation xy ਸਾਡੇ ਕੋਲ ਆਇਆ 27, ਠੀਕ ਹੈ। ਤਾਂ ਇੱਥੇ ਲਿਖ ਲੈਂਦੇ ਆਪਾਂ 27 ਅਪਨ y ਸਕੁਅਰ ਕਿੰਨਾ ਆਇਆ ਸਾਡੇ ਕੋਲ, y ਸਕੁਅਰ ਆਇਆ ਸਾਡੇ ਕੋਲ 90, ठीक है। y स्क्वायर कितने गया, सॉरी y स्क्वायर आया साडे कोल 90, y सानू नहीं दिता होया एंड मीन कितना सी एदा 8 सीगा, ठीक है। ਤਾਂ ਇਹ ਆ ਗਿਆ ਤੁਹਾਡਾ 9 3 27.3 ਆ ਗਿਆ। x minus 3 is equals to 0.3y minus 0.3 ਨੂੰ 8 ਨਾਲ ਕਰੋ ਮਲਟੀਪਲਾਈ, ਮਾਈਨਸ ਦਾ ਸਾਈਨ ਆਏਗਾ ਆਬਵੀਅਸਲੀ, 3 8 ਦਾ 24 ਤੇ ਇਹ ਆ ਜਾਏਗਾ 2.4। आ 3 इधर चल जाऊगा तो प्लस हो जाऊगा, ठीक है। इन्हों पर लिख सकते हैं x इज इक्वल्स टू 0.3y, ठीक है। तो माइनस है प्लस है बट होएगा तो माइनस, क्योंकि इतने माइनस है बट 3 के अगे साइन बट प्लस का आ जाना, सो इतने की है प्लस आएगा साइन, तो ये आ जाएगा प्लस 0.6,
हुण आ जिहड़ी इक्वेशन बनी है ना साडी, ये बनी साडी रिग्रेशन इक्वेशन 1। जे तो उन्हें सिंपली सानू रिग्रेशन इक्वेशन ही फाइंड करन लई गया तो साडा आंसर इत्थे खत्म हो जाता है। इत्थे नहीं, मतलब जे दोवें करन लई गया तो दोवें ही करके ऑब्वियसली खत्म हो जाता है। लेकिन जे उन्हें मान लो एक सानू वेरिएबल दिता है एक्स दा वाई दा नहीं दिता, या वाई दिता है एक्स नहीं दिता, तो फिर आपां की करांगे, जिथे नहीं दिता होया जिहड़ा फाइंड करना है तो आपां ओ वाले पासे वाला ही सॉल्व करना है, दूजे पासे नूं आपां टच नहीं करना। ठीक है। नो हुण देखो इधर इधर आने आपां हुण नेक्स्ट इनू सॉल्व कर लेंगे आ। सो y माइनस मीन कितना 8 एक्स वाई 27 अपॉन x समेशन x के कितना ऐसी 10। ठीक है। x माइनस मीन कितना है 3। ठीक है। तो ये आ गया y माइनस 8 इज इक्वल टू 2.7 x माइनस 3 7 20 3 2 6 7 8.1। ठीक है। हुण आ 8 उधर जाके प्लस हो जाऊगा। ठीक है। लेकिन होगा तो सबट्रैक्शन ही, क्योंकि इत्थे माइनस लगा है और वो वड्डा भी है, तो उत्थे फाइनल दे विच जिहड़ा आंसर है वो भी 2.7x माइनस 0.1 आ जाऊगा। ठीक है। और ये होगी तुहाडी नेक्स्ट इक्वेशन। ठीक है। सेकंड इक्वेशन होगी। हुण जिद्दां मैं तुहानूं कहा सीगा कि आपां रिग्रेशन कोरिलेशन जिहड़ा फाइंड करना है तां इहदे विच साडे कोल की फार्मूला आ, मैं इत्थे दूसरा पेन यूज कर लैंदी आ। तो ये वास्ते साडे कोल फार्मूला हुंदा अंडर रूट रिग्रेशन कोफिशिएंट ऑफ x ऑन y इनटू रिग्रेशन कोफिशिएंट ऑफ y ऑन x। ठीक है जी। तो रिग्रेशन कोफिशिएंट ऑफ x ऑन y कितना आया साडे कोल 0.3। ठीक है 0.3 एंड y ऑन x कितना आया सी साडे कोल 2.7। तो कितना आ गया 0.81 सॉरी 8.1। ठीक है 8.1 दैट मींस के 0.9 आ गया। तो आपां उदां भी अगर फार्मूला कोरिलेशन दा ला के देखिया सी तो साडा 0.9 नहीं आ रहा सीगा, इस तरह भी असीं ला के वेख लिया तो साडा इवन देन 0.9 नहीं आ रहा। आई होप यू अंडरस्टैंड। ठीक है। तो ये हो गया जिहड़ा सब तो सिंपल क्वेश्चन सीगा, जस्ट टू मेक यू फील कंफर्टेबल विद रिग्रेशन एनालिसिस। हुण आपां क्वेश्चन सॉल्व करांगे नेक्स्ट। ठीक है जी। सो ये क्वेश्चन जिहड़ा आ ये लगभग उदां दा क्वेश्चन आ जिहड़ा तुहानूं पीसीएस दे विच मेंस दे विच आ सकदा रिग्रेशन रिलेटेड। ठीक है। तो देखो फ्रॉम द डेटा गिवन बिलो फाइंड, सो चार चीज़ां ने असीं फाइंड करनियां ने। पहला दो रिग्रेशन कोफिशिएंट्स जिद्दां आपां पिछले क्वेश्चन च फाइंड कीते, दो रिग्रेशन इक्वेशंस जिद्दां आपां पिछले इक्वेशन च फाइंड कीते, कोफिशिएंट ऑफ कोरिलेशन बिटवीन मार्क्स इन इकोनॉमिक्स एंड स्टैट्स। सो सानूं इकोनॉमिक्स ते स्टैट्स दे मार्क्स दित्ते होणगे, उन्हां दे विच असीं कोफिशिएंट ऑफ कोरिलेशन फाइंड करना है। ठीक है। वो भी आपां रिग्रेशन दी, क्योंकि क्वेश्चन आ तां रिग्रेशन इक्वेशन यूज करके ही फाइंड करांगे। एंड लास्ट दिते है मोस्ट लाइकली मार्क्स इन स्टैटिस्टिक्स व्हेन मार्क्स इन इकोनॉमिक्स आर 30। हुण इहदे विच सानू एक जिहड़ा वो मतलब वेरिएबल है इकोनॉमिक्स दा, इहदे विच कह सकदे आपां ओहदे मार्क्स दिते हुए आ, वो वेरिएबल दिता होया 30, सानू एक वेरिएबल फाइंड करना है। सो हुण आपां देखांगे कि इकोनॉमिक्स दे मार्क्स पहलां दिते है कि स्टैट्स दे मार्क्स पहलां दिते आ। सो जिहड़े भी मार्क्स जिहड़े पहलां दिते होणगे वो x होगा, अगला y होगा। ठीक है। सो उस अकॉर्डिंगली आपां अपनी इक्वेशन दे विच पुट करना है। सो इकोनॉमिक्स के मार्क्स सानू पहला दिते हैं, आपां x लगा लेने आ। ठीक है। एंड स्टैट्स ते असीं फाइंड करना है, यानी कि असीं y फाइंड करना है। हुण इत्थे जदों आपां फाइंड करांगे ना इक्वेशन च, तो आपां y इज इक्वल टू वाली जिहड़ी होएगी ना वो इक्वेशन सॉल्व करनी है। ठीक है। फिर साडा आंसर आएगा। तां सानू की है इहदे मार्क्स दिते हुए इकोनॉमिक्स दे 30 इत्थे नहीं लिखे होणगे। ठीक है। वो वैसे तुसीं तुहाडी असम्पशन च होणगे भी इन्ने हैगे आ, भी इन्ने इहदे नहीं दिते हुए। ठीक है। तो ये x के 30 दिते हुए हैं, y आपां ने फाइंड करना है। बट उस तो पहला आपां ने की फाइंड करना है रिग्रेशन कोफिशिएंट्स, रिग्रेशन इक्वेशन। एंड ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾ ਸਟੈਪ ਕੀ ਹੈਗਾ ਸਮੇਸ਼ਨ xy फाइंड करना, ਸਮੇਸ਼ਨ x स्क्वायर ਸਮੇਸ਼ਨ y स्क्वायर। ਤਾਂ ਉਸ ਤੋਂ ਵੀ ਪਹਿਲਾ ਸਟੈਪ ਕੀ ਹੈਗਾ ਆਪਾਂ ਨੇ ਮੀਨ फाइंड करना है। ਤਾਂ ਕਰੋ फाइंड ਮੀਨ। ਇਹਦਾ ਕੀ ਆ ਗਿਆ 8 5 5 5 10 ਤੇ 18 19 20 21 27 27 ਤੇ 9 36 ਤੇ 8 44 ਤੇ 4 48 ਤੇ 2 50 5 ਤੋਂ 7 8 9 10 11 12 13 14 15 16 17 18 19 20 21 22 23 24 25 26 27 28 29 30 31 32 ये हो गए साडे कोल समेशन x हो गया साडे कोल 329 9 6 15 16 17 18 19 19 ਤੇ 6 25 25 ਤੇ 2 27 28 29 30 31 ਤੇ 9 40
4 4 8 4 12 4 16 4 4 4 8 4 12 4 16 4 20, ठीक है। हाँ 20 हो गया। 20 ਤੇ 3 23 24 25 26 27 28 29 30 31 32 33 34 35 38, ठीक है 380। सो समेशन ऑफ y की हो गया 380। ਹੁਣ ਦੇਖ ਲਈਏ ਕਿੰਨੇ ਆ 1 2 3 4 5 6 7 8 9 10। ਸੋ 10 या दैट मींस कि ਇਹਦਾ ਮੀਨ ਕਿੰਨਾ ਆ ਗਿਆ 32, ठीक है। ये आ गया 32 ਤੇ y ਕਿੰਨਾ ਆ ਗਿਆ ਆਬਵੀਅਸਲੀ 38, ठीक है। 380 upon 10 is 38। सो ਹੁਣ ਆਪਾਂ ਫਾਈਂਡ ਕਰਾਂਗੇ ਨੈਕਸਟ x ਤੇ y ਦੀ ਵੈਲਿਊ। x ਮਾਈਨਸ ਮੀਨ, ਔਰ ਮੀਨ ਕਿੰਨਾ ਸਾਡਾ 32, ਇੱਥੇ ਲਿਖ ਲਈਏ ਮਾੜਾ ਜਿਹਾ ਉੱਪਰ। ਤੇ ਦੂਜੇ ਪਾਸੇ ਹੈਗਾ y, दैट इज y माइनस मीन, और मीन कितना है 38, ठीक है जी। बहुत ध्यान ਦੇ ਨਾਲ ਮਾਈਨਸ ਕਰਨਾ ਹੈ, ਕਰੋ ਤੁਸੀਂ ਆਪਣਾ ਕਰੋ ਨਾਲ ਨਾਲ ਟੈਲੀ ਕਰ ਲੈਣਾ ਇਨ ਕੇਸ ਤੁਹਾਡਾ ਗਲਤ ਹੋਇਆ ਤੇ, ठीक है। सो 25 ਚੋਂ 32 ਮਾਈਨਸ ਕੀਤੇ, ठीक है, ਤਾਂ ਇਹ ਆ ਗਿਆ 7 ਬਟ ਮਾਈਨਸ ਦਾ -7। ਦੈਨ ਉਸ ਤੋਂ ਬਾਅਦ 28 ਚੋਂ 32, 28 ਤੇ 4 32 ਹੁੰਦੇ ਆ, ਬਟ ਇੱਥੇ ਕੀ ਹੈ ਮਾਈਨਸ ਦਾ ਆਏਗਾ। 35 ਚੋਂ 32 ਮਾਈਨਸ ਕੀਤੇ ਤੇ 3 ਆਊਗਾ ਪਲੱਸ ਦਾ। 32 ਚੋਂ 32 ਕੀਤੇ 0, 31 ਚੋਂ 32 -1, 36 ਚੋਂ 32 4, 29 ਚੋਂ 32 -3, ठीक है। देन उस तो बाद 38 चों 32 6, 34 चों 32 2, 32 चों 32 0। नौ हुण इधर आ जाओ, हुण 38 करना, ठीक है। 43 चों 38 माइनस कीते किन्ने हो गए 13 चों 8 बाकी 5 ते हाँ 5 ही होए, ठीक है। तो इत्थे ओबवियसली प्लस आऊगा। देन 46 चों 38 माइनस कीते 8 आ गया, ठीक है। 49 चों 38 माइनस कीते 11 आ गया। 41 चों 38 कीते 3 आ गया। 36 चों 38 -2, 32 चों 38 -6, 31 चों 38 -7, 30 चों 38 -8, ठीक है। 33 चों 38 -5, 39 चों 38 1, ठीक है। सो इतने तो प्लस का ही आएगा ऑब्वियसली 9। हुण आपां नेक्स्ट की फाइंड करना है xy। सो 7 5s are 35, 4 8s are 32, 11 3s are 33, 3 0s are 0, 2 1s are 2, 4 6s are 24, 3 7s are 21, बटे प्लस का हो जाएगा, ठीक है। 3 7s are 21, 6 8s are 48, ठीक है। 2 5s are 10 and 0 1 are 0। now next is x square। so ये हो गया 7 7s are 49, 4 4s are 16, 3 3s are 9, 0 the 0, 1 4 4s are 16, 3 3s are 9, 6 6 are 36, 2 2s are 4 and 0। y square 5 5s are 25, ठीक है। 8 8s are 64, 11 11s are 121, 3 3s are 9, 2 2s are 4, 6 6s are 36, 7 7s are 49, 8 8s are 64, 5 5s are 25 and 1 1s are 1। ਹੁਣ ਇਹਨੂੰ ਨਾਲ ਹੀ ਆਪਾਂ ਸਮ ਕਰ ਲੈਂਦੇ ਆ। ਸੋ ਇਹ ਹੋ ਗਿਆ 5 9 10 19 20 22 23 23 ਤੇ 6 29 29 ਤੇ 9 ਹੋ ਗਏ ਤੁਹਾਡੇ 38 38 ਤੇ 4 42 42 ਤੇ 5 47 ਤੇ 48 4 4 2 6 6 12 13 14 15 16 17 18 19 20 21 22 23 24 25 26 27 28 29 2 ਤੇ 1 3। ਇਹ ਹੋ ਗਿਆ ਤੁਹਾਡਾ 398। ਨੈਕਸਟ ਇਜ਼ x ਸਕੁਅਰ। ਕਰੋ ਇਹਨੂੰ 9 6 9 18 24 24 ਤੇ 25 25 ਤੇ 6 31 ਤੇ 9 40 46 ਤੇ 4 50 5 9 10 11 12 13 14 140, ਠੀਕ ਹੈ। ਨੈਕਸਟ xy ਵੀ ਕਰ ਲੈਂਦੇ ਆ। ਹੁਣ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਆ ਮਾਈਨਸ ਵਾਲੇ ਉਹਨਾਂ ਨੂੰ ਪਲੱਸ ਕਰ ਲੈਂਦੇ ਆ ਪਹਿਲਾਂ ਹੀ। 24 48 ਤੇ 10 ਆਏ ਹੋ ਗਏ 5 ਤੋਂ 7 8 7 15 ਤੇ 4 19 3 1 4 5 6 7 8 9 10 11 12 13 ਤੇ 149, ठीक है। 140 सॉरी नॉट 149 क्योंकि ਆਪਾਂ ਇਹ ਹੈਗਾ ਮਾਈਨਸ ਵਾਲੇ ਆ ਗਏ। ਹੁਣ ਪਲੱਸ ਵਾਲੇ ਜਿਹੜੇ ਉੱਚੋਂ ਮਾਈਨਸ ਕਰਨੇ 33 ਤੇ 2 35 35 ਤੇ 21 ਕਿੰਨੇ ਹੋ ਗਏ 5 1 6 3 5 56। ਸੋ 56 ਚੋਂ ਮਾਈਨਸ ਕਰ ਦਈਏ 9 ਚੋਂ 6 ਕੱਢੇ 3 ਤੇ ਇੱਥੇ ਰਹਿ ਗਏ 14 ਚੋਂ 5 9, ਠੀਕ ਹੈ। ਤਾਂ ਇਹ ਆ ਜਾਏਗਾ ਆਪਣਾ ਮਾਈਨਸ ਦੇ ਵਿੱਚ 93, ठीक है। ये हो गया अपना
सॉल्व हो गया अपना, ठीक है, बन गया टेबल जो भी सीगा। हुण नैक्सट आपां ने की बनाउणा इहदा रिग्रेशन कोफिशिएंट कढना है, रिग्रेशन इक्वेशन बनाउणी है। सो सब तो पहला आपां रिग्रेशन कोफिशिएंट ऑफ x ऑन y फाइंड कर लेंगे हैं, ठीक है। एक पासे आपां ये फाइंड कर लेंगे हैं ते दूजे पासे आपां फाइंड कर लांगे रिग्रेशन कोफिशिएंट ऑफ y on x। तो रिग्रेशन कोफिशिएंट ऑफ x, ये आ जाएगा x on y इज b x y y माइनस, ठीक है। तो x कितना आया सानू नहीं गिवन, मीन कितना आया सीगा साडा एक याद भूल जाता है, एक सीगा 32 दूसरा 38, ठीक है। तो ये आ गया 32 सीगा x वाला, ठीक है। एंड देन ये आ गया साडा समेशन ऑफ एक्स वाई अपॉन, क्योंकि y ते है तो इत्थे क्या आ जाएगा समेशन ऑफ y स्क्वायर। तो y सानू नहीं दिता तो दूसरा आ गया 38। x माइनस 32 इज इक्वल्स टू समेशन ऑफ एक्स वाई कितना सीगा माइनस आया सी 93, ठीक है। समेशन ऑफ y स्क्वायर कितना आया सी साडा 398, ठीक है, 398 एंड y माइनस 38। ਹੁਣ ਇਹਨੂੰ ਪਹਿਲਾਂ ਆਪਾਂ ਸੋਲਵ ਕਰ ਲਾਂਗੇ ਸਾਈਡ ਤੇ ਤਾਂ ਕਿ ਸਾਡਾ ਅੱਗੋਂ ਕੈਲਕੂਲੇਸ਼ਨ ਈਜ਼ੀ ਹੋ ਜਾਏ। ਲੇਕਿਨ ਮੀਨਵਾਈਲ ਅਸੀਂ ਕੀ ਕਰਨਾ ਹੈ, ਸੌਰੀ, ਠੀਕ ਹੈ, ਆਪਾਂ ਇੰਨਾ ਹੀ ਇਹਨੂੰ ਸੋਲਵ ਕਰ ਲੈਂਦੇ ਆ ਤਾਂ ਕਿ ਦੋਵੇਂ ਕੈਲਕੂਲੇਸ਼ਨਸ ਇਕੱਠੇ ਕਰ ਲਈਏ, ਠੀਕ ਹੈ। ਤਾਂ y on x ਕਿੱਦਾਂ ਫਾਈਂਡ ਕਰਾਂਗੇ ਆਪਾਂ, ਤਾਂ ਦੂਜੇ ਪਾਸੇ ਹੈਗਾ y on x, ਤਾਂ y minus mean is equals to b y x, ਇੱਥੇ ਆ ਜਾਏਗਾ x minus this one। so y mean ਕਿੰਨਾ ਸੀਗਾ ਇਹਦਾ 30, ये आ गया समेशन ऑफ एक्स वाई अपॉन एक्स स्क्वायर, ठीक है, एंड x माइनस 32 y माइनस 38 इज इक्वल्स टू माइनस 93 अपॉन एक्स स्क्वायर कितना सीगा साडा आई थिंक 140 सीगा, हाँ, ठीक है, एक्स स्क्वायर इज 140। ये आ गया x माइनस 32। हुण इन्हां दोवां नूं आपां कैलकुलेट कर लैंदे आ 93 ते 398, ठीक है जी। तो पॉइंट लगूगा ऑब्वियसली 0 लग गया। हुण इत्थे अगर आपां 2 नाल करिए तो 3 नाल करांगे तो ऑब्वियसली ऊपर चल जूगा, 2 8 16 2 9 18 19 2 7 7 96 10 to 6 कड्डे 4 12 to 9 कड्डे 3, ठीक है। तो इत्थे आ गया एक, फिर 0 लगेगा 398 3 ने करके वेख लेंगे हैं क्योंकि 4 ते जावांगे तो फिर ऊपर चलेगा, ठीक है। तो 0.23 ही आना है, ठीक है। सो x माइनस 32 इज इक्वल्स टू माइनस 0.23y, ठीक है। तुसी एक स्टेप होर करना तो कर लो, लेकिन मैं सीधा लिखदे लगी हां। तो माइनस माइनस अगर प्लस हो जाऊगा तो 0.23 नूं 38 नाल मल्टीप्लाई करो, 3 8 24 3 3 9 10 11 2 8 16 2 3 6 7, ठीक है। ये आ जाएगा 4 7 8 8.74, ठीक है, 8.74। तो x आ जाएगा ਤੁਹਾਡਾ -0.23 प्लस आ इधर चल जाऊगा प्लस हो जाएगा, तो ये आ जाएगा 40.74, ठीक है। तो आ ਤੁਹਾਡੀ एक रिग्रेशन इक्वेशन बन गई। नेक्स्ट इज ਹੁਣ ਇਹਨੂੰ ਸੋल्व कर लिया ਆਪਾਂ 93 ਤੇ 140 ਦਾ 0.0। तो अगेन ये 2 ਤੇ ਹੀ ਜਾਊਗਾ ਮੈਨੂੰ ਲੱਗਦਾ, ਨਹੀਂ ਅਵੇ ਤਾਂ 140 ਹੈ ਸੱਚ। सो ये हो गया 140 इंटू 4 8 ਤੇ करके देख ली सीधा 8 0 8 4 32 8 हो गया 9 10 11 8 तो ऊपर चल जाता है, 6 ਤੇ करके देख लिया 140 इंटू 6 6 6 4 24 6 7 8 840 0 13 4 बाकी 9 ਤੇ ਇਹ ਆ ਗਿਆ ਤੁਹਾਡਾ फिर 0 लगेगा तो फिर अगेन 6 ਤੇ जाऊगा। सो ये आ गया 0.66 y माइनस 38 इज इक्वल्स टू पॉइंट माइनस दा, ठीक है, 0.66 x ये अगों माइनस माइनस प्लस हो जाऊगा, प्लस 32 ਨੂੰ मल्टीप्लाई करके देख लो 0.66 नाल 2 6 12 2 6 12 13 3 6 18 3 6 18 19 2 8 9 10 11 तो भी हो गया 6 12 16 18 19
6 2 ठीक है, 2 9 10 11 21.12 ठीक है जी। एक मिनट, कुछ गड़बड़ तो नहीं होगी। ठीक है, ये इधर आ जाएगा -0.66x, तो आ इधर चाह के की हो जाऊगा प्लस हो जाऊगा एंड कितना आ जाऊगा 38 प्लस कीते दा ये आ जाऊगा 0.12 तो इधर ही रहेगा 8 + 1 9 3 2 5 आ गया ठीक है 59.12 तो इत्थे आ जाएगा प्लस दा ठीक है जी। नाउ हुण देखो, हुण साडे कोल अगर तुसीं क्वेश्चन देखो तो उन्हें की है सानू y फाइंड करने लिए क्या है मीनस कि स्टैट्स के मार्क्स फाइंड करने लिए क्या है इकोनॉमी के सानू दिते है तो सिंपली तुसीं की करना है इत्थे 30 वैल्यू जिहड़ी है पुट कर लेनी है x की जगह पे ठीक है प्लस 59.12 तो ये कितना आ जाऊगा देखो मैं इधरों थोड़ा जिहा रब करने लगी हाँ ठीक है सिर्फ कैलकुलेशनस दे विच आसानी नाल हो जाए अपनी तो इनू करो तुसीं 0.66 नो 30 दे नाल ठीक है तो ये आ जाएगा तुहाडा माइनस दा 19.8 प्लस दा 59.12 ते ऑब्वियसली करांगे तो इनू माइनस ही लेकिन हुण अपने कोल साइन जिहड़ा है प्लस दा आएगा 5912 ते 19.8 कर दो ये आ गया 2 11 चो 2 कड्डे 3.18 चो 9 कड्डे 9 ते इत्थे रह गया अपने कोल 4 चो 3 ठीक है तो परफेक्ट साडा आंसर बिल्कुल सही आया है दैट इज 39.32 सो 39 पॉइंट अप्रोक्सीमेट आप लिख सकते हैं कि ये जिहड़े इकनॉमिक्स के मार्क्स ने 39 ने ठीक है जी। हुण देखो हुण उस तो बाद जेकर उन्हें सानू क्या हुंदा कि तुसी कोरिलेशन सच क्या ही है मेरे ख्याल है ना क्या ही है आई थिंक इहदे विच क्वेश्चन दे विच सो कोफिशिएंट ऑफ कोरिलेशन भी आपां फाइंड करना है। सो कोफिशिएंट ऑफ कोरिलेशन कितना फाइंड करांगे आपां सिंपली जो साडा आ वैल्यू आई है 0.23 ते उन्होंने मल्टीप्लाई कर देना 0.66 के नाल ते ओदा ले लेना अंडर रूट ठीक है ਇਹਦਾ आंसर तुसी मैनू दसोगे लेकिन एक गल ਇਹਦੇ ਵਿੱਚ याद रखियो कि ਜਦੋਂ ਤੁਸੀਂ -0.66 ਨੂੰ -0.23 ਦੇ ਨਾਲ ਮਲਟੀਪलाई करोगे ठीक है मैं कर ही देनी है ठीक है ये आ जाएगा साडा bxy * vyx ठीक है यानी कि -0.66 * -0.23 ठीक है पुट्ठा लिख दिता वैसे मैं सही लिखियो ठीक है मैनू लग रहा है वो रब कर दिता मैं एनी हो तो इनू आपां करके देख लेंगे कितना आंदा है 3 6 18 3 6 19 2 6 12 2 6 12 13 8 9 10 11 3 1 4 5 1518 1518 ਦਾ ਆ ਗਿਆ ਤੁਹਾਡਾ 3 3 9 4 4 16 3 3 9 ਆਵੇਗਾ 9 6 18 या 6 ਤੇ 60 8 ਦਾ 4 8 से 48 ठीक है ये आ जाएगा 544 ठीक है ते मतलब ये अप्रोक्सीमेटली तो आ जाएगा 0.38 ठीक है अगे कुछ भी आ सकता है तुसीं इहनूं सॉल्व कर लियो खोट डिजिट 3 डिजिट सॉल्व करी दियां ने तो इत्थे क्योंकि माइनस माइनस प्लस होना चाहिए सीगा ठीक है लेकिन क्योंकि रिग्रेशन कोफिशिएंट साडे दोनों ही नेगेटिव चाहिए है ठीक है रिग्रेशन कोफिशिएंट साडे नेगेटिव चाहिए दोनों -0.66 ते -0.23 सो सानू की है प्लस दा साइन इत्थे डिसरिगार्ड करना पैना है सो साडा आंसर -0.38 होएगा ना कि +0.38 क्यों क्योंकि साडे रिग्रेशन कोफिशिएंट दोनों नेगेटिव ने ठीक है सो आई होप कि तुहानू ये गल समझ आ गई है। नेक्स्ट क्वेश्चन जिहड़ा हैगा ये हैगा पीसीएस मेंस दा 2015 दे विच आया है बहुत ही इजी क्वेश्चन है थोड़ी ही कैलकुलेशंस तुहानू लगणगीਆਂ ਇਹਦੇ ਵਿੱਚ सो ਇਹਦੇ ਵਿੱਚ भी सेम ही है बस ਇਹਦੇ ਚ ਇਹਨੇ ਸਾਨੂੰ ਕੀ है कुछ भी मतलब कि नहीं दिता कि तुसी रिग्रेशन इक्वेशन फाइंड करनी है या कोफिशिएंट फाइंड करना है बट क्यों कि सानू ये फाइंड करना पैना टू गेट द आंसर ठीक है आंसर क्योंकि इन्हें की लिखा होया है
कि ਇਹਦੇ ਵਿੱਚ ਦਿੱਤਾ ਕੀ ਹੋਇਆ ਨੇ ਏਜ ਇਨ ਅ ਈਅਰ ਆਫ ਕਾਰਸ ਤੇ ਦੂਜਾ ਦਿੱਤਾ ਹੋਇਆ ਐਨੂਅਲ ਮੇਨਟੇਨੈਂਸ ਕਾਸਟ x ਕੀ ਹੈ ਏਜ ਇਨ ਅ ਈਅਰ ਆਫ ਕਾਰਸ ਤੇ ਐਨੂਅਲ ਮੇਨਟੇਨੈਂਸ ਕਾਸਟ ਕੀ ਹੈ y 100 ਰੁਪੀਸ ਦੇ ਵਿੱਚ। ਤਾਂ ਆਪਾਂ ਨੇ ਆਨਸਰ ਜਦੋਂ ਲਿਖਣਾ ਤੇ 100 ਰੁਪੀਸ ਦੇ ਵਿੱਚ ਇਹ ਆਨਸਰ ਜਿਹੜਾ ਦੇਣਾ ਹੈ, ਠੀਕ ਹੈ। ਤਾਂ ਈਅਰਸ ਦਿੱਤੇ 1 1 3 5 7 9th ਤੇ ਉਧਰੋਂ y ਦਿੱਤਾ ਹੋਇਆ। ਹੁਣ ਜਿਹੜਾ ਦੈਟ ਮੀਨਸ ਐਟ ਦੇ ਨੇ ਕੀ ਹੈ ਐਸਟੀਮੇਟ ਦਾ ਮੇਨਟੇਨੈਂਸ ਕਾਸਟ ਫॉर ਅ 4 ਈਅਰ 올ਡ ਕਾਰ, ਯਾਨੀ ਕਿ ਉਹਨਾਂ ਨੇ ਸਾਨੂੰ ਇੱਕ 4 ਜਿਹੜੀ ਇਹਦੀ x ਦੀ ਵੈਲਿਊ ਦਿੱਤੀ ਹੋਈ ਹੈ ਤੇ ਉਹਨੇ ਕੀ ਕਿਹਾ ਹੈ ਸਾਨੂੰ ਫਾਈਂਡ ਕਰਨ ਲਈ ਮੇਨਟੇਨੈਂਸ ਕਾਸਟ, ਯਾਨੀ ਕਿ ਉਹਨੇ ਸਾਨੂੰ y ਫਾਈਂਡ ਕਰਨ ਲਈ ਕਿਹਾ ਹੋਇਆ ਹੈ, ਠੀਕ ਹੈ। ਬਟ ਇਹਨੂੰ ਆਪਾਂ ਸੋਲਵ ਕਰਦੇ ਵਕਤ ਤੇ ਨਹੀਂ ਲਗਾਉਣਾ, ਬਾਅਦ ਚ ਐਂਡ ਚ ਆਪਾਂ ਇਹ ਰਿਗਰੈਸ਼ਨ ਇਕੁਏਸ਼ਨ ਫਾਈਂਡ ਕਰਨੀ ਹੈ ਤਾਂ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਆ ਇਹਨੂੰ ਸੋਲਵ ਕਰਨਾ ਆ। ਤਾਂ ਕਰਦੇ ਆ ਸੋਲਵ ਇਹਨੂੰ, ਠੀਕ ਹੈ ਜੀ। ਤਾਂ ਇਹ ਆ ਗਿਆ x ਤੇ y, ਸੋ ਕਰੋ ਇਹਨੂੰ ਮੀਨ ਫਾਈਂਡ ਕਰੋ, ਇਹਦਾ ਕਿੰਨਾ ਆਂਦਾ 3 1 4 5 9 9 9 18 18 ਤੇ 19 21 22 23 24 25, ठीक है। ये आ गया 25, ये आ गया 8 5 13 14 15 16 17 18 19 1 2 3 4 5 6 7 8 9, ठीक है। तो है 5 है 1 2 3 4 5, तो ਇਹਦਾ मीन आ जाएगा 25/5 = 5, ठीक है। ये आ गया अपने को 5 ਤੇ y ਦਾ मीन कितना आ गया अपने को 99/5, दैट इज 19.8, ठीक है। y ਦਾ मीन कितना आ गया 19.8। तो करो फाइंड, पहला x फाइंड करो, ठीक है ना 5, ठीक है। ऊपर जरूर लिख लिया करो नहीं तो बाद में लिखा पाएगा 19.8। नाउ 1 - 5 is -4, 3 - 5 -2, 5 - 5 0, 7 - 5 2, 9 - 5 4, 15 - 9.8 19.8 सॉरी -15 कितना आ गया 4.8, लेकिन की है माइनस का होएगा 4.8। 18 - 19.8 -1.8, 21 - 19.8 21 - 19.10 10 to 9 1.2, लेकिन प्लस था। 23 माइनस ये आ गया तो 10 to 2 9 10 के 3.2, ठीक है। तो आ गया तो 2.2, राइट। आई होप तो ये चीज समझ आ गई। हुण उस तो बाद की फाइंड करना आपा x y, ठीक है। 4.8 × 4 करो कितना आंदा 19.2, ठीक है। प्लस का हो जाएगा दोवे माइनस दे 1.8 × 2 2 8 16 2 1 2 3 3.6 हो गया, अभी प्लस का आ गया थोड़ा 0, देन 2 3 6 2 2 सॉरी 2 2 4 2 3 6 ਤੇ ਆ ਹੋ ਗਿਆ ਤੁਹਾਡਾ 8.8। नेक्स्ट ਆਪਾਂ ਨੂੰ ਕੀ ਚਾਹੀਦਾ ਹੈ x ਸਕੁਅਰ, ठीक है। x ਸਕੁਅਰ ਕਿੰਨਾ ਆ ਗਿਆ 16 4 0 4 16, y ਸਕੁਅਰ ਇਹ ਤਾਂ ਥੋੜਾ ਟਾਈਮ ਲੱਗਣਾ 4.8 48 48 कर लो तो ਉਹਨੂੰ ਬਾਅਦ 2 पॉइंट्स ਤੇ ਕਰ ਲਿਓ 8 64 8। तो ये आ गया 23.04, ठीक है। नेक्स्ट है ਤੁਹਾਡਾ y ਸਕੁਅਰ 1.8 ਦਾ ਸਕੁਅਰ, ये आ गया थोड़ा 3.24, ठीक है। देन आ गया 1.44 12 का स्क्वायर करोगे तब, ठीक है, पॉइंट्स लगा के। देन 3.2 10.24 एंड लास्ट है 2.2, ਇਹਦਾ ਆ ਗਿਆ 4.84, ठीक है। ਹੁਣ ਇਹਨੂੰ ਸਾਰਿਆਂ ਨੂੰ ਕਰ ਲੈਂਦੇ ਆ ਸਾਮ ਆਪਣਾ 4 4 8 4 12 16 ਤੇ 4 20 2 ऊपर चल गया 2 2 4 4 8 9 10 ते 18 3 1 4 5 7 8 8 4 12 2 1 3 ਤੇ 4, ठीक है। ये आ गया ਤੁਹਾਡਾ 42.8। सो अप्रोक्सीमेटली ਆਪਾਂ ਇਹਨੂੰ ਲਵਾਂਗੇ 43 ਹੀ, ठीक है। देन ਉਸ ਤੋਂ ਬਾਅਦ ਆ ਗਿਆ ਤੁਹਾਡਾ 16 16 32 ਤੇ 8 40, ठीक है। y ਸਕੁਅਰ ਕਿਉਂਕਿ ਆਪਾਂ ਥੱਲੇ ਲੈਣੀ ਹੈ ਨਾ, ਇਸ ਕਰਕੇ ਆਪਾਂ ਇਹਨੂੰ ਰਾਉਂਡ ਅਬਾਊਟ ਲੈ ਲਾਂਗੇ ਜੇ ਉੱਪਰ ਪੁਆਇੰਟ ਤਾਂ ਨਹੀਂ ਆਏਗਾ ਤਾਂ। नेक्स्ट इज 8 4 12 ਤੇ 6 18 19 20 2 9 10 11 12 13 14 6 20 ਤੇ 8 28 2 ਤੇ 1 3
तो ये आ गया 38। ठीक है जी। ਹੁਣ ਕੋਰਿਲੇਸ਼ਨ ਜੇ ਫਾਈਂਡ ਕਰਨਾ ਹੋਵੇ ਸਿੰਪਲੀ ਆਪਾਂ ਇਹ ਫਾਰਮੂਲਾ ਯੂਜ਼ ਕਰ ਸਕਦੇ ਹਾਂ ਜਿੱਦਾਂ ਆਪਾਂ ਸਮੇਸ਼ਨ ਆਫ xy upon x square into y square ਤੇ ਅੰਡਰ ਰੂਟ। ਬਟ ਆਪਾਂ ਨੇ ਕੀ ਹੈ ਦੂਸਰੇ ਤਰੀਕੇ ਨਾਲ, ਵੈਸੇ ਤਾਂ ਇਹਨਾਂ ਨੇ ਕਿਹਾ ਹੀ ਨਹੀਂ ਹੈਗਾ ਇਹਦੇ ਵਿੱਚ ਮੇਰੇ ਖਿਆਲ ਕੋਰਿਲੇਸ਼ਨ ਫਾਈਂਡ ਕਰਨ ਲਈ ਕੁਐਸਚਨ ਦੇ ਵਿੱਚ, ਠੀਕ ਹੈ, ਕਿਹਾ ਹੀ ਨਹੀਂ ਹੋਇਆ। ਲੇਕਿਨ ਤੁਸੀਂ ਕੀ ਹੈ, ਇਹ ਤੁਹਾਡਾ ਹੋਮਵਰਕ ਸਮਝ ਲਓ, ਤੁਸੀਂ ਇਹਨੂੰ ਕੋਰਿਲੇਸ਼ਨ ਫਾਈਂਡ ਕਰਕੇ ਦਾ ਆਨਸਰ ਲਿਖਣਾ ਹੈ ਮੈਨੂੰ। ਲੇਕਿਨ ਆਪਾਂ ਇਹਦੇ ਵਿੱਚ ਕੀ ਕਰਨਾ ਹੈ, ਹੁਣ ਆਪਾਂ ਨੇ ਵੈਲਿਊ ਫਾਈਂਡ ਕਰਨੀ ਹੈ y ਦੀ, ਰਾਈਟ। ਤਾਂ ਉਹਦੇ ਵਾਸਤੇ ਆਪਾਂ ਨੂੰ ਕੀ ਹੈ ਰਿਗਰੈਸ਼ਨ ਕੋਐਫੀਸ਼ੀਐਂਟ ਫਾਈਂਡ ਕਰਨਾ ਪਏਗਾ ਤੇ ਰਿਗਰੈਸ਼ਨ ਇਕੁਏਸ਼ਨ ਬਣਾਉਣੀ ਪਏਗੀ। ਸੋ ਸਭ ਤੋਂ ਪਹਿਲਾਂ ਅਗੇਨ ਆਪਾਂ ਰਿਗਰੈਸ਼ਨ ਕੋਐਫੀਸ਼ੀਐਂਟ ਆਫ x ਔਨ y ਫਾਈਂਡ ਕਰਾਂਗੇ, ਠੀਕ ਹੈ। ਤਾਂ ਇਹ ਹੋ ਗਿਆ x ਔਨ y, ਤਾਂ ਕੀ ਸੀਗਾ x ਕਿੰਨਾ ਸੀਗਾ, ਮੀਨ ਕਿੰਨਾ ਸੀਗਾ 5, ਦੂਜੇ ਦਾ 19.8, ਠੀਕ ਹੈ। 5 is equals to summation of xy upon y ਦਾ ਸਕੁਅਰ summation ਤੇ ਇਹ ਆ ਗਿਆ ਤੁਹਾਡਾ y minus 19.8, ਇਹ ਆ ਗਿਆ x minus 5 is equals to summation xy ਕਿੰਨਾ ਆਇਆ ਸਾਡਾ 38 ਤੇ summation y ਸਕੁਅਰ 42.8, ਠੀਕ ਹੈ। ਕਿੰਨਾ ਸੀਗਾ ਫਿਰ ਭੁੱਲ ਮੈਂ 38, summation xy 38 ਤੇ y ਸਕੁਅਰ ਸਾਡਾ 42.8 ਹੈ, ਮੈਨੂੰ 43 ਲੈ ਰਹੀ ਹਾਂ, ਠੀਕ ਹੈ। y minus 19.8 ਤਾਂ ਇਹਨੂੰ ਸੋਲਵ ਕਰ ਲਓ ਇੱਥੇ ਹੀ 38 43 ਪੁਆਇੰਟ ਲੱਗੂਗਾ 0 ਤੇ 4 9 ਦਾ 36 ਹੁੰਦੇ ਆ, ਤੁਹਾਨੂੰ ਕਰਕੇ ਦੇਖ ਲੈਣਾ ਇੱਥੇ 27 ਆਨਸਰ ਨਹੀਂ ਉੱਪਰ ਚੱਲ ਜਾਏਗਾ। ਸੋ ਇਹ 8 ਤੇ ਜਾਊਗਾ, ਠੀਕ ਹੈ। 43 ठीक है। तो ये आ गया अपने को x minus 5 is equals to 0.88y माइनस इन्हें मल्टीप्लाई कर लिए 17.5, ठीक है। तो ये हो गया x इधर रह जाएगा 0.88y, ये प्लस हो जाएगा इधर, तो ये आ जाएगा माइनस, लेकिन साइन माइनस का ही होगा ऑब्वियसली 12.5, ठीक है। तो आ थोड़ी एक इक्वेशन बन गई, लेकिन क्योंकि आप y फाइंड करना है तो साडे लिए नेक्स्ट इक्वेशन मैटर करती है ज़्यादा, ठीक है। सो नेक्स्ट इक्वेशन की हैगी है, पेन दूसरा यूज कर लेंगे आप रिग्रेशन कोएफिशिएंट ऑफ y ऑन x। तो इत्थे आ जाऊगा तुहाडा y माइनस दिस वन b yx x माइनस मीन y कितना सानू नहीं पता, आप फाइंड ही करना है ऑब्वियसली, ठीक है। नेक्स्ट है y माइनस y मीन कितना है 19.8 इज इक्वल्स टू summation of x, ये हैगा तुहाडा 38 अपॉन इत्थे की आ जाऊगा xy अपॉन x है तो summation of x स्क्वायर, तो x स्क्वायर कितना आया सी साडा 40, ठीक है। तो इत्थे आ जाऊगा अपना 40 x माइनस मीन कितना आया 5, ठीक है। तो इन्हू पहला ही सॉल्व कर लेंगे 38 वाले नू, 4 9 जा 36 4 5 0.95 आ गया, y माइनस 19.8 इज इक्वल्स टू 0.95x, ठीक है, माइनस 0.95 ਨੂੰ 5 ਨਾਲ ਕਰੋ, 5 5 जा 25 5 9 जा 45 46 47 तो 4.75 आ गया, ठीक है। ਹੁਣ ਇਹਨੂੰ ਇੱਧਰ ਲੈ ਜਾਓ, y is equals to 0.95x माइनस 4.75 है, तो आ इधर जाके प्लस हो जाएगा, बट होगा तो माइनस ही, तो इतने माइनस का साइन नहीं लगेगा 19.8 ना, क्योंकि प्लस का साइन आ जाएगा तो इतने प्लस का साइन लगेगा, ठीक है। सो 19.8 चो माइनस करो 4.75, तो ये आ गया तुहाडा 15.05, ठीक है। तो y कितना आ गया तुहाडा हुण 4x की सानू दिता होया है 4 गिवन है, ठीक है। फोरियर कार वाला जिहड़ा सीगा ईयर, तो ये आ गया तुहाडा 0.95 इंटू 4 प्लस 15.05, तो ये आ गया तुहाडा 4 5 है 20 4 9 है 36 37 38 3.80 प्लस 15.05, तो कितना आया 15.05 प्लस 3.80, ये आ गया तुहाडा 18.85, ठीक है। यानी कि 1885 रुपये तुहाडा आंसर है रुपीज़ दे विच।
राइट, चक के देख लियो भाई सेम होगा, ठीक है। सो स्टैट्स खत्म हो गया अपना। सो होर किसी सब्जेक्ट दे विच या किसी पर्टिकुलर एक टॉपिक दे विच तुहानू कोई दिक्कत है किसी भी सब्जेक्ट दे, चाहे वह साइंस टेक है, एनवायरनमेंट है, पॉलिटी है, ठीक है, करंट अफेयर्स का कोई पार्ट है, कोई स्कीम है नहीं समझ आई, तो तुसी जो कॉमेंट सैक्शन भी कर सकते हो, पर्सनली मैसेज भी कर सकते हो, इंस्टाग्राम पे भी, टैलीग्राम पे तो चलो फॉलो करना ही है तुसी अपडेट्स वास्ते, ठीक है जी। सो दैट वाज ऑल, थैंक यू एंड ऑल दी बेस्ट फ्रॉम माई साइड।